हर साल ये एडमिशन फीस के चार्जिस ਜਿਹੜੇ ਨੇ ਪੇਰੈਂਟਸ ਤੋਂ ਲੈ ਰਹੇ ਨੇ। ਜਦੋਂ ਮੈਂ ਸਰਕਾਰ ਨੂੰ ਇਹ ਗੱਲ ਪੁੱਛੀ ਆਰਟੀਆਈ ਦੇ ਵਿੱਚ ਵੀ ਤੁਸੀਂ ਦੱਸੋ ਵੀ ਤੁਹਾਡਾ ਕੀ ਕਾਨੂੰਨ ਹੈ ਕਿ ਬੱਚਾ ਜਦੋਂ ਪ੍ਰਮੋਸ਼ਨ ਹੋਏਗੀ ਅਗਲੀ ਕਲਾਸ 'ਚ ਤੇ ਬੱਚਿਆਂ ਦੇ ਪੇਰੈਂਟਸ ਕੋਲੋਂ ਲੈਣੀ ਬਣਦੀ ਆ ਜਿਹੜੀ ਐਡਮਿਸ਼ਨ ਫੀਸ ਹੈਗੀ ਹਰ ਸਾਲ ਲੈਂਦੇ ਹੋ। ਉਹ ਕਹਿੰਦੇ ਜੀ ਇਹਦੇ ਬਾਰੇ ਕੋਈ ਕਲੀਅਰ ਕੱਟ ਹਦਾਇਤਾਂ ਰੂਲ ਨਹੀਂ ਹੈਗੇ। ਦੇਖੋ ਕਿੱਡੀ ਮੂਲੀ ਭੁਗਤ ਹੈ ਸਰਕਾਰ ਇਸ ਕਰਕੇ ਨਹੀਂ ਕਰ ਰਹੀ ਹੈਗੀ ਕਿਉਂਕਿ ਅੱਧੇ ਤੋਂ ਜ਼ਿਆਦਾ ਸਕੂਲ ਤਾਂ ਜਿਹੜੇ ਹੈਗੇ ਪੋਲੀਟੀਸ਼ੀਅਨਾਂ ਦੇ ਹੈਗੇ ਆ। ਦੇਖੋ ਨਾ ਇਹਨਾਂ ਨੇ ਸਕੂਲ ਵਾਲਿਆਂ ਨੇ ਸਬਮਿਟ ਕੀਤੇ ਨਾ ਡਿਵੀਜ਼ਨਲ ਕਮਿਸ਼ਨਰ ਆਫਿਸ ਔਰ ਉਹਦੇ ਜਿਹੜੇ ਕੰਸਰਨਡ ਅੱਗੇ ਰੈਗੂਲੇਟਰੀ ਬੋਡੀ ਜਿਹਨੂੰ ਕਹਿ ਦਿੰਦੇ ਆ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਾ ਕੋਈ ਨੋਟਿਸ ਕੱਢਿਆ। ਇਹ ਸਿੱਧੇ ਤੌਰ ਦੇ ਉੱਤੇ ਜਿਹੜੀ ਆ ਮਿਲੀ ਭੁਗਤ ਹੈ। ਪ੍ਰਾਈਵੇਟ ਸਕੂਲਾਂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਮਾਪਿਆਂ ਦੇ ਲਗਾਤਾਰ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਸਮਾਜ ਸੇਵੀ ਅਤੇ ਆਰਟੀਆਈ ਐਕਟੀਵਿਸਟ ਰੋਹਿਤ ਸੱਭਰਵਾਲ ਵੱਲੋਂ ਲੁਧਿਆਣਾ ਦੇ 15 ਨਿੱਜੀ ਸਕੂਲਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਸੱਭਰਵਾਲ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਸ਼ਾਂਤਮਈ ਧਰਨੇ ਤੇ ਬੈਠ ਗਏ ਹਨ ਅਤੇ ਉਹਨਾਂ ਨੇ ਲੁਧਿਆਣਾ ਦੇ 15 ਸਕੂਲਾਂ ਦੀ ਲਿਸਟ ਵੀ ਜਾਰੀ ਕੀਤੀ ਹੈ ਜਿਨ੍ਹਾਂ ਨੇ ਕਾਨੂੰਨ ਦੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਸਾਲਾਨਾ ਵੇਰਵਾ ਨਹੀਂ ਪੇਸ਼ ਕੀਤਾ। ਇੱਕ ਵਾਰ ਤੁਸੀਂ ਵੀ ਸੁਣੋ ਸੱਭਰਵਾਲ ਦੀ ਜਵਾਨੀ ਸਾਰੀ ਦਾਸਤਾਂ। ਹਾਂਜੀ, ਅੱਜ ਮੈਂ ਲੁਧਿਆਣੇ ਦੇ ਜਿਹੜਾ ਜਲੰਧਰ ਬਾਈਪਾਸ ਚੌਂਕ ਹੈਗਾ ਉਹਦੇ ਨਜ਼ਦੀਕ ਸਕੂਲ ਹੈਗਾ ਜੀ ਗ੍ਰੀਨਲੈਂਡ ਸਕੂਲ। ਉਹਦੇ ਬਾਹਰ ਮੈਂ ਇਕੱਲਾ ਆਈਸੋਲੇਟਿਡ ਧਰਨੇ ਦੇ ਉੱਤੇ ਬੈਠਾ। ਮੇਰਾ ਧਰਨੇ ਦਾ ਜਿਹੜਾ ਬੈਠਣ ਦਾ ਟਾਈਮ ਹੈ ਉਹ 10 ਵਜੇ ਤੋਂ 1 ਵਜੇ ਤੱਕ ਹੈ। ਧਰਨੇ ਤੇ ਬੈਠਣ ਦਾ ਪਰਪਸ ਇਹ ਹੈ ਕਿ ਅਸੀਂ ਆਰਟੀਆਈ ਦੇ ਵਿੱਚ ਇੱਕ ਇਨਫੋਰਮੇਸ਼ਨ ਮੰਗੀ ਸੀ ਡਿਵੀਜ਼ਨਲ ਕਮਿਸ਼ਨਰ ਤੋਂ ਕਿ ਮੈਨੂੰ ਇਹਨਾਂ 15 ਸਕੂਲਾਂ ਦੇ ਜਿਹੜੇ ਅਕਾਊਂਟਸ ਨੇ ਇਨ ਦੀ ਸ਼ੇਪ ਆਫ ਫਾਰਮ ਡੀ ਜਿਹੜੇ ਸਬਮਿਟ ਕਰਨੇ ਹੁੰਦੇ ਨੇ ਉਹ 2017-18 ਤੇ 18-19 ਦੀ ਮੈਨੂੰ ਇਨਫੋਰਮੇਸ਼ਨ ਉਹ ਪ੍ਰੋਵਾਈਡ ਕੀਤੀ ਜਾਵੇ। ਬੇਸਿਕਲੀ ਉਹ ਸਾਰੇ ਇਹਨਾਂ ਦੇ ਬਹੀ ਖਾਤੇ ਹੁੰਦੇ ਨੇ, ਪਤਾ ਲੱਗਦਾ ਹੈ ਕਿ ਕੀ ਇਨਕਮ ਹੈ ਕੀ ਨਹੀਂ ਹੈ। ਔਰ ਇਹ ਦੂਸਰੀ ਗੱਲ ਇਹ ਹੈਗੀ ਹੈ ਕਿ ਨੌਨ ਮਤਲਬ ਇਹਨੂੰ ਐਜ਼ ਸਕੂਲਾਂ ਨੂੰ ਐਜ਼ ਬਿਜ਼ਨਸ ਨਹੀਂ ਰਨ ਕਰ ਸਕਦੇ। ਇਹ ਰਾਈਟ ਟੂ ਜਿਹੜਾ ਐਜੂਕੇਸ਼ਨ ਐਕਟ ਹੈ ਉਹਦੇ 'ਚ ਲਿਖਿਆ ਹੋਇਆ ਕਿ ਇਹਨੂੰ ਤੁਸੀਂ ਐਜ਼ ਬਿਜ਼ਨਸ ਨਹੀਂ ਰਨ ਕਰ ਸਕਦੇ। ਤਾਂ ਇਹ ਬੜਾ ਵੱਡਾ ਮਾਮਲਾ ਬਣ ਗਿਆ ਜਦੋਂ ਮੈਂ ਦੇਖਿਆ ਵੀ ਇਹ ਲੋਕ ਤਾਂ ਆਪਣੇ ਅਕਾਊਂਟਸ ਹੀ ਉੱਥੇ ਸਬਮਿਟ ਨਹੀਂ ਕਰਦੇ। ਆਮ ਇਨਸਾਨ ਤੋਂ ਇੱਕ ਛੋਟੀ ਜਿਹੀ ਗਲਤੀ ਹੋ ਜਾਂਦੀ, ਮੰਨ ਲਓ ਕੋਈ ਵਪਾਰੀ ਮੰਨ ਲਓ ਇਨਕਮ ਟੈਕਸ ਨਾ ਕਰੇ ਆਪਣਾ ਰਿਟਰਨ ਫਾਈਲ ਤਾਂ ਉਹਨੂੰ 100 ਤਰ੍ਹਾਂ ਦੇ ਜੁਰਮਾਨੇ ਲੱਗਦੇ ਆ। ਤਾਂ ਬਹੁਤ ਵੱਡੀ ਮਿਲੀ ਭੁਗਤ ਜਿਹੜੀ ਆ ਉਹ ਡਿਵੀਜ਼ਨਲ ਕਮਿਸ਼ਨਰ ਦੀ ਪਟਿਆਲੇ ਜਿਹੜੇ ਬੈਠਦੇ ਨੇ ਉਹਨਾਂ ਦੀ ਔਰ ਉਹਨਾਂ ਦੇ ਅੱਗੇ ਜਿਹੜੀ ਸੰਬੰਧਿਤ ਪੂਰੀ ਟੀਮ ਹੈ ਜਿਹੜੀ ਐਕਟ ਦੇ ਵਿੱਚ ਜਿਹੜੇ ਮੈਂਬਰ ਹੋਣੇ ਚਾਹੀਦੇ ਨੇ ਉਹਨਾਂ ਦੀ ਮਿਲੀ ਭੁਗਤ ਹੈ। ਕਿਉਂਕਿ ਮੈਂ ਆਪਣੀ ਆਰਟੀਆਈ ਦੇ ਵਿੱਚ ਇਹ ਵੀ ਗੱਲ ਪੁੱਛੀ ਸੀ ਵੀ ਜੇ ਇਹਨਾਂ ਸਕੂਲਾਂ ਨੇ 15 ਸਕੂਲਾਂ ਨੇ ਤਾਂ ਆਪਣੇ ਜਿਹੜੇ ਅਕਾਊਂਟਸ ਨਹੀਂ ਸਬਮਿਟ ਕੀਤੇ ਤਾਂ ਤੁਸੀਂ ਕੀ ਐਕਸ਼ਨ ਲਿੱਤਾ ਇਹਨਾਂ ਦੇ ਖਿਲਾਫ, ਫਿਰ ਮੈਨੂੰ ਉਹ ਦੱਸੋ। ਉਹ ਕਹਿੰਦੇ ਜੀ ਉਹਨਾਂ ਨੇ ਸਬਮਿਟ ਨਹੀਂ ਕੀਤੀ, ਸਾਡੇ ਕੋਲੇ ਐਕਸ਼ਨ ਜੇ ਲਿੱਤਾ ਹੋਵੇ ਇਸ ਤਰ੍ਹਾਂ ਦਾ ਸਾਡੇ ਕੋਲੇ ਕੋਈ ਰਿਕਾਰਡ ਨਹੀਂ ਮੌਜੂਦ। ਮਤਲਬ ਇਹਦਾ ਸਿੱਧਾ ਮਤਲਬ ਇਹ ਹੈਗਾ ਕਿ ਇਹਨਾਂ ਦੇ ਕੋਲੇ ਕੋਈ ਰਿਕਾਰਡ ਹੀ ਹੈ ਨਹੀਂ ਐਕਸ਼ਨ ਲੈਣ ਦੇ ਬਾਰੇ। ਤਾਂ ਤੀਸਰੀ ਗੱਲ ਜਿਹੜੀ ਇਹ ਹੈ ਕਿ ਤੀਸਰੀ ਗੱਲ ਜਿਹੜੀ ਇਹ ਹੈ ਕਿ ਇਹਨਾਂ ਨੇ ਪੁੱਛਿਆ ਸੀ ਵੀ ਜਿਹੜੇ ਸਕੂਲਾਂ ਨੇ ਨਹੀਂ ਆਪਣੇ ਸਬਮਿਟ ਕੀਤੇ ਤੁਸੀਂ ਕੋਈ ਨੋਟਿਸ ਵਗੈਰਾ ਦਿੱਤੇ ਹੋਣਗੇ, ਮੈਨੂੰ ਉਹਨਾਂ ਨੋਟਿਸਾਂ ਦੀਆਂ ਕਾਪੀਆਂ ਦੇ ਦਿਓ। ਕਹਿੰਦੇ ਜੀ ਉਹਨਾਂ ਨੇ ਫਾਈਲ ਨਹੀਂ ਕੀਤੇ ਤੇ ਇਸ ਵਾਸਤੇ ਅਸੀਂ ਨੋਟਿਸ ਵੀ ਨਹੀਂ ਕੀਤੇ। ਮਤਲਬ ਦੇਖੋ ਨਾ ਇਹਨਾਂ ਨੇ ਸਕੂਲ ਵਾਲਿਆਂ ਨੇ ਸਬਮਿਟ ਕੀਤੇ ਨਾ ਡਿਵੀਜ਼ਨਲ ਕਮਿਸ਼ਨਰ ਆਫਿਸ ਔਰ ਉਹਦੇ ਜਿਹੜੇ ਕੰਸਰਨਡ ਅੱਗੇ ਰੈਗੂਲੇਟਰੀ ਬੋਡੀ ਜਿਹਨੂੰ ਕਹਿ ਦਿੰਦੇ ਆ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਾ ਕੋਈ ਨੋਟਿਸ ਕੱਢਿਆ। ਇਹ ਸਿੱਧੇ ਤੌਰ ਦੇ ਉੱਤੇ ਜਿਹੜੀ ਆ ਮਿਲੀ ਭੁਗਤ ਹੈ। ਪੇਰੈਂਟਸ ਕੋਲੋਂ ਫੀਸ ਡਿਮਾਂਡ ਕਰਨ ਦੇ ਲਈ ਜੇ ਮੰਨ ਲਓ ਕਿਸੇ ਬੱਚੇ ਕੋਲੋਂ 2 ਦਿਨ ਮਜਬੂਰੀ ਦੇ ਨਾਲ ਫੀਸ ਨਹੀਂ ਦਿੱਤੀ ਗਈ ਜਾਂ ਲੇਟ ਹੋ ਗਿਆ ਤਾਂ ਉਹਨੂੰ ਜੁਰਮਾਨੇ ਲਾਉਂਦੇ ਆ। ਬੱਚਿਆਂ ਨੂੰ ਕਲਾਸਰੂਮ 'ਚ ਖੜਾ ਕਰਕੇ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਇਹਨਾਂ ਸਕੂਲਾਂ ਵਾਲਿਆਂ ਵੱਲੋਂ ਔਰ ਨਾਮ ਕੱਟ ਦਿੱਤੇ ਜਾਂਦੇ ਨੇ। ਔਰ ਆਪਣੀ ਵਾਰੀ ਇਹ ਪਿਛਲੇ 3 ਸਾਲਾਂ ਦੀਆਂ ਇਹਨਾਂ ਨੇ ਜਿਹੜੀਆਂ ਆਪਣੀਆਂ ਅਕਾਊਂਟਸ ਦੀਆਂ ਸਟੇਟਮੈਂਟ ਹੈਗੀਆਂ ਜਿਹੜੀਆਂ ਰੈਗੂਲੇਟਰੀ ਬੋਡੀ ਫੀਸ ਐਕਟ ਦੇ ਵਿੱਚ ਬਣੀ ਹੈ। ਫੀਸ ਐਕਟ ਜਿਹੜਾ ਹੈਗਾ ਉਹ ਸਨ 2009 ਦੇ ਵਿੱਚ ਮੈਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕੀਤੀ ਸੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਹਦੇ ਚੋਂ 2013 ਦੇ ਵਿੱਚ ਆਰਡਰ ਆਏ ਤੇ ਜਸਟਿਸ ਅਮਰਦਾਦੀ ਰਿਟਾਇਰਡ ਜਿਹੜੇ ਜੱਜ ਸਾਹਿਬ ਸੀ ਉਹਨਾਂ ਦੀ ਕਮੇਟੀ ਬਣੀ। ਉਸ ਤੋਂ ਬਾਅਦ ਸਰਕਾਰ ਨੂੰ ਦੁਬਾਰਾ ਇਹਦੇ ਤੇ ਹਦਾਇਤਾਂ ਹੋਈਆਂ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਔਰ ਇਹਨਾਂ ਨੇ ਅਨਏਡਿਡ ਫੀ ਸਕੂਲ ਐਕਟ ਜਿਹੜਾ ਆ ਉਹ ਬਣਾਇਆ। ਤਾਂ ਇਹ ਸਾਰੇ ਪੇਪਰ ਜਿਹੜੇ ਮੈਂ ਮੀਡੀਆ ਨਾਲ ਸ਼ੇਅਰ ਕਰਤੇ ਆ। ਮੈਂ ਬੇਨਤੀ ਕਰਦਾ ਸਾਰੇ ਪੇਰੈਂਟਸ ਨੂੰ ਕਿ ਅਗਰ ਤੁਸੀਂ ਐਪਲੀਕੇਸ਼ਨ ਨਹੀਂ ਪਾ ਸਕਦੇ ਤਾਂ ਤੁਸੀਂ ਆਪਣੇ ਕਿਸੇ ਦੋਸਤ ਦੇ ਕਿਸੇ ਰਿਸ਼ਤੇਦਾਰ ਦੇ
ਉਹ ਥਰੂ ਮਤਲਬ ਜਿਹੜਾ ਹੈਗਾ ਇਹਨਾਂ ਸਕੂਲਾਂ ਦੀ ਇਸੇ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਡਿਟੇਲ ਮੈਂ ਮੰਗੀ ਆ ਤੁਸੀਂ ਪਾ ਕੇ ਮੰਗੋ, ਕਿਉਂਕਿ ਜੇ ਪੇਰੈਂਟਸ ਇਸ ਕਰਕੇ ਵੀ ਡਰਦੇ ਆ ਕਿ ਬੱਚਿਆਂ ਨੂੰ ਤੰਗ ਕੀਤਾ ਜਾਊਗਾ ਤੇ ਸਕੂਲ ਵਾਲਿਆਂ ਦੇ ਅਗੇਂਸਟ ਜਿਹੜੀ ਕੰਪਲੇਂਟ ਕਰਨੀ ਆ ਆਪਣੇ ਕਿਸੇ ਦੋਸਤ ਦੇ ਰਾਹੀਂ, ਆਪਣੇ ਕਿਸੇ ਮਿੱਤਰ ਦੇ ਰਾਹੀਂ। ਹੁਣ ਵੱਡਾ ਸਵਾਲ ਹੈ ਜਿਹੜਾ ਮੈਨੂੰ ਲੋਕ ਪੁੱਛਦੇ ਆ ਵੀ ਗ੍ਰੀਨਲੈਂਡ ਸਕੂਲ ਦੇ ਬਾਹਰ ਹੀ ਕਿਉਂ? ਕਿਉਂਕਿ ਜਿਹੜੇ ਗ੍ਰੀਨਲੈਂਡ ਸਕੂਲ ਦੇ ਮਿਸਟਰ ਰੁਦਰਾ ਹੈ ਉਹ ਉਸ ਟਾਈਮ ਦੇ ਉੱਤੇ ਇਹਨਾਂ ਦੀ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਹੁੰਦੇ ਸੀਗੇ ਤੇ ਬੀਇੰਗ ਪ੍ਰੈਜ਼ੀਡੈਂਟ ਉਹਨਾਂ ਦਾ ਫਰਜ਼ ਬਣਦਾ ਸੀ ਵੀ ਉਹ ਸਾਰੀਆਂ ਜਿਹੜੀਆਂ ਇਹਨਾਂ ਦੇ ਜਿੰਨੇ ਵੀ ਐਫੀਲੀਏਟਿਡ ਸਕੂਲ ਇਹਨਾਂ ਦੇ ਹੈਗੇ ਆ ਇਹਨਾਂ ਦੇ ਐਸੋਸੀਏਸ਼ਨ ਦੇ ਵਿੱਚ, ਉਦੋਂ ਉਹਨਾਂ ਨੂੰ ਇਹ ਸਰਕੂਲਰ ਜਾਰੀ ਕਰਦੇ, ਮੈਸੇਜ ਕਰਦੇ ਜਾਂ ਕੋਈ ਇੰਸਟਰਕਸ਼ਨਸ ਜਾਰੀ ਕਰਦੇ ਵੀ ਭਾਈ ਆਪਣੇ ਜਿਹੜੇ ਬਹੀ ਖਾਤੇ ਨੇ ਜਮ੍ਹਾਂ ਕਰਾ ਲਓ। ਮੈਂ ਇਹ ਗੱਲ ਦਾਅਵੇ ਨਾਲ ਕਹਿ ਰਿਹਾ, ਅੱਜ ਤਾਂ ਇੱਕ ਬਹੁਤ ਛੋਟਾ ਜਿਹਾ ਖੁਲਾਸਾ ਮਤਲਬ ਕਹਿ ਲਓ ਜਿਹੜੀ ਇਨਫੋਰਮੇਸ਼ਨ ਮੈਨੂੰ ਆਈ ਆ, ਜਿਸ ਤਰੀਕੇ ਦੀਆਂ ਇਨਫੋਰਮੇਸ਼ਨਸ ਮੈਂ ਮੰਗੀਆਂ ਹੋਈਆਂ ਆ, ਜੇ ਉਹ ਇਨਫੋਰਮੇਸ਼ਨ ਆਈਆਂ ਤੇ ਤੁਸੀਂ ਲੋਕ ਜਿਹੜਾ ਹੈਗਾ ਮਤਲਬ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕਾਨੂੰਨ ਦੇ ਮੁਤਾਬਕ ਸਾਨੂੰ ਇੰਨੇ ਅਖਤਿਆਰ ਮਿਲੇ ਹੋਏ ਆ ਔਰ ਸਕੂਲ ਵਾਲੇ ਸਾਡੇ ਨਾਲ ਅਤਿਆਚਾਰ ਕਰ ਰਹੇ ਆ। ਤੇ ਮੇਰੇ ਕੁਐਸਚਨ ਜਿਹੜੇ ਨੇ ਇਹਦੇ ਵਿੱਚ ਇੱਕ ਮੈਂ ਇਹਨਾਂ ਨੂੰ ਇਹ ਪੁੱਛਿਆ ਸੀ ਕਿ ਜਿਹੜੇ ਡਿਵੀਜ਼ਨਲ ਕਮਿਸ਼ਨਰ ਵੀ ਨਾਓ ਦਾ ਹੇਅਰ ਦਾ ਕੁਐਸਚਨ ਅਰਾਈਜ਼ ਦੈਟ ਵਾਈ ਅਬਵ ਸੈਡ ਜਿਹੜੇ ਸਕੂਲ ਹੈਗੇ ਆ ਇਹਨਾਂ ਨੇ ਫਾਈਲ ਕਿਉਂ ਨਹੀਂ ਕੀਤੀ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਰੀਜ਼ਨ ਜਿਹੜਾ ਰੈਗੂਲੇਟਰੀ ਬਾਡੀ ਹੈ ਇਹਨਾਂ ਨੇ ਇਹਨਾਂ ਦੇ ਉੱਪਰ ਕੋਈ ਇਹਨਾਂ ਦੀ ਸਕੂਲਾਂ ਦੀ ਐਫੀਲੀਏਸ਼ਨ ਕਿਉਂ ਨਹੀਂ ਕੈਂਸਲ ਕੀਤੀ, ਕਿਉਂਕਿ ਸਟੈਟੂਟਰੀ ਲਾਅ ਆ ਇਹਨਾਂ ਦੀ ਐਫੀਲੀਏਸ਼ਨ ਕੈਂਸਲ ਕਰਨ ਤੱਕ ਦੀ ਬਣ ਸਕਦੀ ਸੀਗੀ। ਕਿਉਂਕਿ ਕੰਪਲੇਂਟ ਦੇ ਵਿੱਚ ਅਗਰ ਕੰਪਲੇਂਟ ਜਾਂਦੀ ਹੈ ਤਾਂ ਪੈਨਲਟੀ ਵੀ ਔਰ ਐਫੀਲੀਏਸ਼ਨ ਵੀ ਕੈਂਸਲ ਹੋ ਸਕਦੀ ਹੈ। ਤੀਸਰਾ ਇਹ ਹੈਗਾ ਕਿ ਗਵਰਨਮੈਂਟ ਨੇ ਜਿਹੜੀਆਂ ਆਪਣੀਆਂ ਅੱਖਾਂ ਕਿਉਂ ਬੰਦ ਕੀਤੀਆਂ ਹੋਈਆਂ, ਇਹ ਜਾ ਕੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਜਿਹੜਾ ਕੇਸ ਚੱਲ ਰਿਹਾ ਇਸ ਵੇਲੇ, ਉੱਥੇ ਗਵਰਨਮੈਂਟ ਦੇ ਇਹ ਕਿਉਂ ਨਹੀਂ ਕਹਿ ਰਹੇ ਵੀ ਇਹਨਾਂ ਸਕੂਲਾਂ ਵਾਲਿਆਂ ਨੇ ਆਪਣੀਆਂ ਬਹੀ ਖਾਤੇ ਜਿਹੜੇ ਇਨ ਦੀ ਸ਼ੇਪ ਆਫ ਜਿਹੜੀ ਐਨੂਅਲ ਰਿਪੋਰਟ ਫਾਰਮ ਡੀ ਆ ਉਹਦੇ ਰਾਹੀਂ ਜਮ੍ਹਾਂ ਨਹੀਂ ਕਰਾਏ। ਸਰਕਾਰ ਇਸ ਕਰਕੇ ਨਹੀਂ ਕਰ ਰਹੀ ਹੈਗੀ ਕਿਉਂਕਿ ਅੱਧੇ ਤੋਂ ਜ਼ਿਆਦਾ ਸਕੂਲ ਦਾ ਜਿਹੜੇ ਹੈਗੇ ਪੋਲੀਟੀਸ਼ੀਅਨਾਂ ਦੇ ਹੈਗੇ ਆ। ਦੂਸਰੀ ਗੱਲ ਇਹ ਕਿ ਜਿਹੜਾ ਜੇ ਇਹ ਕਰਦੇ ਆ ਤਾਂ ਇਹਨਾਂ ਦੇ ਆਪਦੇ ਹੀ ਅਫਸਰ, ਡਿਵੀਜ਼ਨਲ ਕਮਿਸ਼ਨਰ, ਡਿਸਟ੍ਰਿਕਟ ਐਜੂਕੇਸ਼ਨ ਅਫਸਰ ਜਾਂ ਜਿਹੜੇ ਵੀ ਇਹਦੇ ਮੈਂਬਰ ਸਾਹਿਬਾਨ ਨੇ ਉਹ ਸਾਰੇ ਦੇ ਸਾਰੇ ਫਸਦੇ ਆ, ਸਾਰੇ ਦੇ ਸਾਰੇ ਮਰਦੇ ਆ। ਫਿਰ ਮੈਂ ਪੁੱਛਿਆ ਸੀਗਾ ਵੀ ਗਵਰਨਮੈਂਟ ਨੇ ਇਹਦੇ ਅਗੇਂਸਟ ਵਿਜੀਲੈਂਸ ਇਨਕੁਆਇਰੀ ਕਿਉਂ ਨਹੀਂ ਮਾਰਕ ਕੀਤੀ, ਜਦੋਂ ਸਰਕਾਰ ਨੂੰ ਇਹ ਚਾਹੀਦਾ ਸੀ ਵੀ ਜਦੋਂ ਉਹਨਾਂ ਨੂੰ ਪਤਾ ਸੀ ਕਿ ਸਕੂਲ ਸਬਮਿਟ ਨਹੀਂ ਕਰਦੇ ਤਾਂ ਸਰਕਾਰ ਨੂੰ ਸੂਓ ਮੋਟੋ ਕੋਗਨੀਜੈਂਸ ਲੈ ਕੇ ਇਹਨਾਂ ਦੇ ਅਗੇਂਸਟ ਵਿਜੀਲੈਂਸ ਇਨਕੁਆਇਰੀ ਲਾਉਣੀ ਚਾਹੀਦੀ ਸੀ। ਉਸ ਤੋਂ ਬਾਅਦ ਇਟ ਇਜ਼ ਏ ਮੈਟਰ ਆਫ ਇਨਕੁਆਇਰੀ, ਇਹ ਵੀ ਮੈਟਰ ਆਫ ਇਨਕੁਆਇਰੀ ਆ ਵੀ ਲੁਧਿਆਣੇ ਦੇ ਵਿੱਚ ਕਿੰਨੇ ਹੋਰ ਇਸ ਤਰ੍ਹਾਂ ਦੇ ਜਿਹੜੇ, ਇਹ ਤਾਂ ਚਲੋ 15 ਦੀ ਡਿਟੇਲ ਮੈਂ ਮੰਗੀ, ਮੈਂ ਲੁਧਿਆਣੇ ਪੂਰੇ ਦੀ ਵੀ ਮੰਗੀ ਹੋਈ ਆ, ਪੰਜਾਬ ਦੀ ਵੀ ਮੰਗੀ ਹੋਈ ਆ, ਹਜੇ ਇਨਫੋਰਮੇਸ਼ਨ ਨੂੰ ਮੈਂ ਵੇਟ ਕਰ ਰਿਹਾ, ਮੈਨੂੰ ਆਈ ਨਹੀਂ ਹੈ। ਲੇਕਿਨ ਇਹ ਇਟਸ ਏ ਮੈਟਰ ਆਫ ਇਨਕੁਆਇਰੀ ਵੀ ਕਿੰਨੇ ਹੋਰ ਜਿਹੜੇ ਨੇ ਲੋਕ ਇਹ ਸਕੂਲਾਂ ਵਾਲੇ ਪ੍ਰਾਈਵੇਟ ਅਨਐਡਡ ਸਕੂਲ ਹੈਗੇ ਆ, ਇਹ ਆਪਣੀਆਂ ਐਨੂਅਲ ਰਿਪੋਰਟਾਂ ਨਹੀਂ ਜਮ੍ਹਾਂ ਕਰਾ ਰਹੇ ਹੈਗੇ। ਔਰ ਇਸ ਤੋਂ ਬਾਅਦ ਸੀਗਾ ਵੀ ਇੱਕ ਨਾ ਕਲੀਅਰ ਕੱਟ ਡਾਇਰੈਕਸ਼ਨ ਇਹ ਸਰਕਾਰ ਵੱਲੋਂ ਕੋਈ ਨਹੀਂ ਹੈਗੀਆਂ ਕਿ ਐਨੂਅਲ ਫੀਸ ਤੁਸੀਂ ਦੇਖ ਲਓ, ਜਿਵੇਂ ਕੋਈ ਬੱਚਾ ਦੂਜੀ ਕਲਾਸ 'ਚ ਹੈ ਉਹ ਪ੍ਰਮੋਟ ਹੋ ਕੇ ਜਾਂਦਾ ਤੀਜੀ ਕਲਾਸ 'ਚ ਤੇ ਉਹਦੇ ਕੋਲੋਂ ਇਹ ਚਾਰਜਸ ਮੰਗਣੇ ਸ਼ੁਰੂ ਕਰ ਦਿੰਦੇ ਐਡਮਿਸ਼ਨ ਫੀਸ, ਫਿਰ ਚੌਥੀ 'ਚ ਜਾਂਦਾ ਫਿਰ ਚਾਰ, ਮਤਲਬ ਜਿੱਦਾਂ ਪ੍ਰਮੋਸ਼ਨ ਕਰਦੇ ਆ ਉੱਦਾਂ ਉਹਨਾਂ ਕੋਲੋਂ ਐਡਮਿਸ਼ਨ ਫੀਸ ਦੀ ਡਿਮਾਂਡ ਕੀਤੀ ਜਾ ਸਕਦੀ ਹੈ। ਜਦ ਕਿ ਖੁਦ ਜਿਹੜਾ ਕੇਸ ਪਹਿਲਾਂ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਚੰਡੀਗੜ੍ਹ ਨੇ ਕੀਤਾ, ਉਹਦੇ ਵਕੀਲ ਸਾਹਿਬਾਨ ਨੇ ਇਹ ਗੱਲ ਕਹੀ ਆ ਕਿ ਜੀ ਅਸੀਂ ਐਡਮਿਸ਼ਨ ਟਾਈਮ ਵਾਂਸ ਜਦੋਂ ਬੱਚਾ ਇੱਕ ਵਾਰੀ ਐਡਮਿਟ ਕਰਦੇ ਹਾਂ ਅਸੀਂ ਸਕੂਲ ਦੇ ਵਿੱਚ ਉਦੋਂ ਹੀ ਲੈਂਦੇ ਆ, ਮਤਲਬ ਕਿ ਦੁਬਾਰਾ ਇਹ ਐਡਮਿਸ਼ਨ ਫੀਸ ਨਹੀਂ ਲੈਂਦੇ। ਇਹ ਜਿਹੜਾ ਮੈਂ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਸਪੋਰਟਿੰਗ ਡਾਕੂਮੈਂਟ ਦੇ ਵਿੱਚ ਇਹ ਗੱਲ ਨੂੰ ਮੈਂ ਹਾਈਲਾਈਟ ਕੀਤਾ। ਔਰ ਤੁਸੀਂ ਇਹ ਦੇਖੋ ਵੀ ਸਾਰਿਆਂ ਨੂੰ ਪਤਾ ਵੀ ਹਰ ਸਾਲ ਇਹ ਐਡਮਿਸ਼ਨ ਫੀਸ ਦੇ ਚਾਰਜਸ ਜਿਹੜੇ ਨੇ ਪੇਰੈਂਟਸ ਤੋਂ ਲੈ ਰਹੇ ਨੇ। ਜਦੋਂ ਮੈਂ ਸਰਕਾਰ ਨੂੰ ਇਹ ਗੱਲ ਪੁੱਛੀ RTI ਦੇ ਵਿੱਚ ਵੀ ਤੁਸੀਂ ਦੱਸੋ ਵੀ ਤੁਹਾਡਾ ਕੀ ਕਾਨੂੰਨ ਹੈ ਕਿ ਬੱਚਾ ਜਦੋਂ ਪ੍ਰਮੋਸ਼ਨ ਹੋਏਗੀ ਅਗਲੀ ਕਲਾਸ 'ਚ ਤੇ ਬੱਚਿਆਂ ਦੇ ਪੇਰੈਂਟਸ ਕੋਲੋਂ ਲੈਣੀ ਬਣਦੀ ਆ ਜਿਹੜੀ ਐਡਮਿਸ਼ਨ ਫੀਸ ਹੈਗੀ ਆ ਹਰ ਸਾਲ ਲੈਂਦੇ ਹੋ। ਉਹ ਕਹਿੰਦੇ ਜੀ ਇਹਦੇ ਬਾਰੇ ਕੋਈ ਕਲੀਅਰ ਕੱਟ ਹਦਾਇਤਾਂ ਰੂਲ ਨਹੀਂ ਹੈਗੇ। ਦੇਖੋ ਕਿੱਡੀ ਮੂਲੀ ਭੁਗਤ ਹੈ। ਪ੍ਰਾਈਵੇਟ ਸਕੂਲਾਂ ਦਾ ਵਕੀਲ ਜਾ ਕੇ ਹਾਈ ਕੋਰਟ ਦੇ ਵਿੱਚ ਬੋਲਦਾ ਪਿਆ ਵੀ ਅਸੀਂ ਜਿਹੜਾ ਲੈਂਦੇ ਨਹੀਂ ਪਏ, ਸਰਕਾਰ ਕਹਿੰਦੀ ਕੋਈ ਹਦਾਇਤਾਂ ਨਹੀਂ ਹੈਗੀਆਂ, ਤਾਂ ਗਵਰਨਮੈਂਟ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਇਨਸਟਰਕਸ਼ਨਸ ਕਿਉਂ ਨਹੀਂ ਪਾਸ ਕਰ ਰਹੀ? ਇਹ ਬੜਾ ਇੱਕ ਸਸਪੀਸ਼ੀਅਸ ਜਿਹਾ ਮੈਟਰ ਹੈਗਾ। ਇਸ ਤੋਂ ਇਲਾਵਾ ਵੀ ਜਿਹੜੇ ਗਵਰਨਮੈਂਟ ਹੈਗੀ ਆ
ਉਹ ਇਸ ਗੱਲ ਦੇ ਉੱਤੇ ਵੀ ਕਿਉਂ ਟਾਈਟ ਹੋ ਕੇ ਬੈਠੀ ਹੈ, ਇਸ ਮੈਟਰ ਦੇ ਵਿੱਚ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਸਕੂਲਾਂ ਵਾਲੇ ਜਿਹੜੀ ਐਡਮਿਸ਼ਨ ਫੀਸ ਵੀ ਬਾਰ-ਬਾਰ ਡਿਮਾਂਡ ਕਰ ਰਹੇ ਹੈਗੇ ਆ ਤੇ ਇਹ ਐਡਮਿਸ਼ਨ ਫੀਸ ਡਿਊਰਿੰਗ ਦੀ ਪ੍ਰੋਗਰੈਸ ਸਟੂਡੈਂਟ ਨੈਕਸਟ ਕਲਾਸ। ਤੋਂ ਇਹ ਸਾਰੇ ਮੈਟਰ ਦੇ ਵਿੱਚ ਮੈਂ ਇਨਕੁਆਇਰੀ ਦੀ ਮੰਗ ਕਰਦਾ ਪੰਜਾਬ ਸਰਕਾਰ ਨੂੰ ਵੀ ਪੂਰੇ ਮਾਮਲੇ ਦੇ ਵਿੱਚ ਇਨਕੁਆਇਰੀ ਲਾਈ ਜਾਵੇ। ਕਿਉਂ ਰੈਗੂਲੇਟਰੀ ਬਾਡੀ ਦੇ ਜਿਹੜੇ ਆਫੀਸਰ ਸਾਹਿਬਾਨ ਨੇ ਜਿਨ੍ਹਾਂ ਦੇ ਵਿੱਚ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ 6-7 ਮੈਂਬਰ ਹੁੰਦੇ ਨੇ ਉਹਦੇ ਵਿੱਚ ਉਹ ਫੇਲੀਅਰ ਸਾਬਤ ਹੋਏ ਨੇ ਜਿਹੜਾ ਨਾ ਕਰਨ ਦੇ ਲਈ, ਮਤਲਬ ਇਹਨਾਂ ਦੀ ਐਨੂਅਲ ਰਿਪੋਰਟਾਂ ਜਿਹੜੀਆਂ ਸਬਮਿਟ ਕਰਨ ਦੇ ਲਈ। ਤਾਂ ਇਹ ਇੱਕ ਬਹੁਤ ਵੱਡਾ ਕੀ ਹੈ ਕਿ ਸਕੂਲਾਂ ਵਾਲੇ ਇੱਕ ਜਿਹੜੇ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੁੰਦੀਆਂ ਨੇ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੋਣ ਕਰਕੇ ਇਹ ਮਤਲਬ ਇਦਾਂ ਨਹੀਂ ਹੈਗਾ ਵੀ ਤੁਸੀਂ ਤੁਹਾਡੇ ਕੋਲੋਂ ਇਹ ਗੱਡੀਆਂ ਇਹਨਾਂ ਦੇ ਡਾਇਰੈਕਟਰ ਪ੍ਰਿੰਸੀਪਲ BMW ਕੋਈ ਰੱਖੀ ਫਿਰਦਾ, ਕੋਈ ਆਡੀ ਰੱਖੀ ਫਿਰਦਾ, ਇਹ ਕਿੱਥੋਂ ਆਉਂਦਾ? ਇਹ ਸਾਰਾ ਪੈਸਾ ਜਿਹੜਾ ਆ ਇਹ ਸਟੂਡੈਂਟਸ ਜਿਹੜੇ ਅਸੀਂ ਬੱਚੇ ਫੀਸ ਪੇ ਕਰਦੇ ਆ ਉਹਨਾਂ ਦੇ ਮਿਹਨਤ ਦੀ ਕਮਾਈ ਦੇ ਵਿੱਚੋਂ ਇਹ ਇੱਕ ਲਗਜ਼ਰੀਅਸ ਲਾਈਫ ਜੀਂਦੇ ਆ ਔਰ ਇਹਨਾਂ ਨੇ ਇੱਕ ਬਿਜ਼ਨਸ ਬਣਾ ਕੇ ਰੱਖਿਆ ਹੋਇਆ ਜਿਹੜਾ ਸਕੂਲ ਹੈ। ਤਾਂ ਮੈਂ ਅੱਜ ਸ਼ਾਂਤੀਪੂਰਨ ਤਰੀਕੇ ਦੇ ਨਾਲ ਕੱਲਾ ਕੋਵਿਡ-19 ਦੇ ਚੱਲਦੇ ਹੋਏ ਧਾਰਾ 144 ਵੀ ਲੱਗੀ ਆ, ਤਾਂ ਮੈਂ ਕੱਲਾ ਸ਼ਾਂਤਪੂਰਨ ਤਰੀਕੇ ਦੇ ਨਾਲ ਕੱਲਾ ਇੱਥੇ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ ਬੈਠਾ ਹਾਂ ਵੀ ਸਰਕਾਰ ਇਸ ਮਾਮਲੇ ਦੀ ਹੁਣ ਜਾਂਚ ਜਿਹੜੀ ਹੈ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਦੇਵੇ ਔਰ ਸਰਕਾਰ ਇਹ ਜਾ ਕੇ ਕੋਰਟ ਦੇ ਕੋਲੇ ਦੱਸੇ ਵੀ ਸਾਡੇ ਆ ਅਫਸਰ ਫੇਲੀਅਰ ਰਹੇ ਨੇ ਜਿਨ੍ਹਾਂ ਨੇ ਐਨੂਅਲ ਰਿਪੋਰਟਾਂ ਨਹੀਂ ਦਿੱਤੀਆਂ। ਔਰ ਜੇ ਸਕੂਲਾਂ ਵਾਲੇ ਹੁਣ ਫੀਸਾਂ ਦੀ ਡਿਮਾਂਡ ਕਰ ਰਹੇ ਆ, ਕਹਿ ਰਹੇ ਆ ਕਿ ਕੋਵਿਡ-19 ਦੇ ਦਰਮਿਆਨ ਜਿਹੜਾ ਵੀ ਅਸੀਂ ਤਨਖਾਹਾਂ ਦੇਣੀਆਂ, ਤਾਂ ਫਿਰ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਵੀ ਉਹਨਾਂ ਨੇ ਇਹ ਜਿਹੜੀ ਐਨੂਅਲ ਰਿਪੋਰਟ ਜਮ੍ਹਾਂ ਕਰਾਣੀ ਸੀ ਉਹ ਕਿਉਂ ਨਹੀਂ ਕਰਾਈ। ਪੈਸੇ ਤਾਂ ਤੁਸੀਂ ਮੰਗੀ ਜਾ ਰਹੇ ਹੋ, ਠੀਕ ਹੈ, ਉਹ ਤਾਂ ਪੇਰੈਂਟਸ ਮਤਲਬ ਤੁਹਾਨੂੰ 2 ਸਾਲ ਫੀਸ ਦਿੰਦੇ ਰਹੇ, ਤੁਸੀਂ ਉਹਦਾ ਹਿਸਾਬ ਕਿਤਾਬ ਹੀ ਨਹੀਂ ਅੱਗੇ ਸਬਮਿਟ ਕਰ ਰਹੇ। ਇਹਦਾ ਮਤਲਬ ਬਿਲਕੁਲ ਇਹਨਾਂ ਦੀ ਘੁਟਾਲੇ ਦੀ ਨੀਅਤ ਹੈਗੀ ਆ। 15 ਸਕੂਲਾਂ ਦਾ ਮੈਂ ਇਨਫੋਰਮੇਸ਼ਨ ਮੰਗੀ ਸੀ, ਉਹਨਾਂ ਦਾ ਬੋਰਡ ਮੈਂ ਲਗਾ ਦਿੱਤਾ ਹੈ ਸਰ। ਇਹਦੇ ਵਿੱਚ 15 ਟੋਟਲ ਸਕੂਲ ਨੇ ਜੀ, ਆ ਲਿਸਟ ਪੂਰੀ ਮੈਂ ਲਗਾਈ ਹੋਈ ਹੈ ਜੀ। ਨਾਲ ਗ੍ਰੀਨਲੈਂਡ ਦੇ 4 ਸਕੂਲ ਨੇ, ਸੈਕਰੇਟ ਹਾਰਟ ਕਨਵੈਂਟ ਸਕੂਲ ਹੈ, ਸਰਾਭਾ ਨਗਰ ਵਾਲਾ ਔਰ ਇੱਕ BRS ਨਗਰ ਵਾਲਾ ਕਨਵੈਂਟ ਸਕੂਲ ਹੈ, ਇੰਟਰਨੈਸ਼ਨਲ ਪਬਲਿਕ ਸਕੂਲ, BCM ਸਕੂਲ ਹੈ। ਤਾਂ ਇਦਾਂ ਕਰਕੇ 15 ਸਕੂਲ ਨੇ ਟੋਟਲ। ਜਿੱਦਾਂ ਕਿ ਦੇਖਿਆ ਗਿਆ ਕਿ ਜਿਹੜੇ ਪੇਰੈਂਟਸ ਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਜਾ ਕੇ ਕੇਸ ਲਾਇਆ ਸੀਗਾ, ਪਰ ਉਹਨਾਂ ਨੂੰ ਉੱਥੋਂ ਦੀ ਕਿਹਾ ਗਿਆ ਕਿ ਪੂਰੀ ਫੀਸ ਦੇਣੀ ਹੈ। ਇਹਦਾ ਤੁਸੀਂ ਜਿਹੜਾ ਕੀ ਮੰਨਦੇ ਹੋ ਕਿ ਪੇਰੈਂਟਸ ਦੀ ਅਗਿਆਨਤਾ ਹੈ ਕਿ ਉਹ ਪੂਰੀ ਲੜਾਈ ਬਿਨਾਂ ਡਾਕੂਮੈਂਟ ਦੇ ਲੜਦੇ ਆ, ਜਾਂ ਉਹਨਾਂ ਨੂੰ ਕੋਈ ਨੌਲੇਜ ਨਹੀਂ ਇਸ ਬਾਰੇ, ਉਹ ਸਿੱਧਾ ਜਾ ਕੇ ਕੇਸ ਫਾਈਲ ਕਰ ਦਿੰਦੇ ਆ, ਪਰ ਉਹਨਾਂ ਨੂੰ ਨੌਲੇਜ ਇਸ ਬਾਰੇ ਕੋਈ ਨਹੀਂ ਹੈਗੀ ਕਿ ਇਹਨਾਂ ਕੋਲ ਕੀ ਇਨਫੋਰਮੇਸ਼ਨ ਲੈਣੀ ਹੈ ਤੇ ਕੀ ਉਹਨਾਂ ਦੇ ਹੱਕ ਹੈਗੇ ਆ। ਦੇਖੋ ਜਿਹੜੇ ਇਹਨਾਂ ਦੇ ਐਡਵੋਕੇਟ ਨੇ ਉਹ ਕੇਸ ਲੜ ਰਹੇ ਨੇ, ਬੇਸਿਕਲੀ ਕੀ ਹੁੰਦਾ ਹੈ ਕਿ ਐਡਵੋਕੇਟ ਕੋਲੇ ਇੰਨਾ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਕਿ ਉਹ ਸਾਰੇ ਦੇ ਸਾਰੇ ਐਕਟ ਪੜ੍ਹੇ ਜਾਂ ਮਤਲਬ ਸਾਰਾ ਦਾ ਸਾਰਾ ਕਰੇ। ਮੰਨਿਆ ਵੀ ਉਹਨਾਂ ਦੇ ਐਡਵੋਕੇਟ ਨੇ 2 ਘੰਟੇ ਜਾਂ 3 ਘੰਟੇ ਬਹਿਸ ਕੀਤੀ, ਲੇਕਿਨ ਜਿਹੜੇ ਸਟੈਟੂਟਰੀ ਲਾ ਇਹ ਫੋਲੋ ਨਹੀਂ ਕਰ ਰਹੇ, ਇਹ ਕੋਰਟ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲੈ ਕੇ ਆ ਰਹੇ। ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਫੀਸ ਐਕਟ ਵੀ ਪੜ੍ਹ ਲਓ, ਤੁਸੀਂ ਰਾਈਟ ਟੂ ਐਜੂਕੇਸ਼ਨ ਐਕਟ ਵੀ ਪੜ੍ਹ ਲਓ। ਇਹਨਾਂ ਦੋਨਾਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਡਿਊਟੀਆਂ ਨੇ, ਪੈਸੇ ਇਹਨਾਂ ਦਾ ਇਹ ਕੰਮ ਥੋੜ੍ਹੀ ਵੀ ਪੈਸੇ ਦੇਈ ਚੱਲੋ। ਉਹ ਵੀ ਭਾਈ ਤੁਸੀਂ ਵੀ, ਤੁਹਾਡੀਆਂ ਵੀ ਤਾਂ ਕੁਝ ਡਿਊਟੀਆਂ ਬਣਦੀਆਂ, ਤੁਸੀਂ ਪੂਰੀਆਂ ਕਰੋ। ਤੁਸੀਂ ਡਿਊਟੀਆਂ ਕਿਉਂ ਨਹੀਂ ਪੂਰੀਆਂ ਕਰਦੇ ਪਏ? ਪੇਰੈਂਟਸ ਮੰਨ ਲਓ, ਚਲੋ ਮੈਂ ਕਹਿੰਦਾ ਇੱਕ ਪੇਰੈਂਟ ਕਹਿੰਦਾ ਜੀ ਚਲੋ ਮੈਂ ਫੀਸ ਦੇਣ ਨੂੰ ਤਿਆਰ ਹਾਂ, ਠੀਕ ਹੈ, ਤੁਸੀਂ ਖਾਤੇ ਕਿਉਂ ਨਹੀਂ ਸਬਮਿਟ ਕੀਤਾ? ਤੁਹਾਡੇ ਕੋਲੇ ਕੋਈ ਰੀਜ਼ਨੇਬਲ ਰਿਕਾਰਡ ਰੀਜ਼ਨ ਹੈਗਾ ਤੁਹਾਡੇ ਕੋਲੇ ਰੀਜ਼ਨੇਬਲ? ਔਰ ਉੱਤੋਂ ਤੁਸੀਂ ਦੇਖੋ ਵੀ ਜਿਹੜਾ ਡਿਵੀਜ਼ਨਲ ਕਮਿਸ਼ਨਰ ਆਫਿਸ ਹੈਗਾ ਉਹ ਬਿਲਕੁਲ ਨਾਲ ਲਿਆ ਹੋਇਆ ਸੀਗਾ, ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਇਸ਼ੂ ਕੀਤਾ, ਕੋਈ ਉਹਨਾਂ ਦੇ ਅਗੇਂਸਟ ਐਕਸ਼ਨ ਨਹੀਂ ਲਿੱਤਾ ਜੀ। ਅਗਲਾ ਕਦਮ ਇਹ ਹੈ ਜੀ, ਹੁਣ ਇਹ ਜਿਹੜੀ ਲੜਾਈ ਹੈ ਨਾ ਜੀ, ਇਹ ਬਹੁਤ ਲੰਬੀ ਹੈ। ਇਹਦੇ ਵਿੱਚ ਮੈਂ ਜਿੱਦਾਂ 3 ਐਪਲੀਕੇਸ਼ਨਾਂ ਇਸੇ ਮੈਟਰ ਤੇ ਫਾਈਲ ਕੀਤੀਆਂ। ਮੈਂ ਪੂਰੇ ਲੁਧਿਆਣੇ ਦੀ ਇਨਫੋਰਮੇਸ਼ਨ ਵੀ ਮੰਗੀ ਆ, ਪੂਰੇ ਪੰਜਾਬ ਦੀ ਇਨਫੋਰਮੇਸ਼ਨ ਵੀ ਮੰਗੀ ਹੈ, ਸਾਰੇ ਸਕੂਲਾਂ ਦੀ, ਅਨਐਡਡ ਪ੍ਰਾਈਵੇਟ ਸਕੂਲਾਂ ਦੀ। ਤਾਂ ਇਹ ਵੀ ਤੁਹਾਨੂੰ ਪਤਾ ਵੀ ਇਹ ਲੋਕ ਜਿਹੜੇ ਨੇ ਇਹ ਰਲੇ ਮਿਲੇ ਨੇ, ਇਹਨਾਂ ਦੀ ਮਿਲੀ ਭੁਗਤ ਹੈਗੀ ਹੈ ਜਿਹੜੀਆਂ ਏਜੰਸੀਆਂ ਨੇ, ਤੇ ਇਹਨਾਂ ਨੇ ਇਨਫੋਰਮੇਸ਼ਨ ਤਾਂ ਇਹਨੇ ਆਰਾਮ ਨਾਲ ਦੇਣੀ ਨਹੀਂ। ਚਲੋ ਚਾਹੇ 2 ਮਹੀਨੇ ਲੱਗਣ, 4 ਲੱਗਣ, 6 ਲੱਗਣ, ਮੈਂ ਤਾਂ ਮਗਰ ਲੱਗਿਆ। ਇਸ ਤੋਂ ਇਲਾਵਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਔਰ ਜਿਹੜੇ ਹੋਰ ਵੀ ਇਹਨਾਂ ਦੇ ਉੱਤੇ ਸਟੈਟੂਟਰੀ ਕਾਨੂੰਨ ਲੱਗਦੇ ਆ, ਮੈਂ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਐਸੀਆਂ ਆਰਟੀਆਂ ਜਾਂ ਐਪਲੀਕੇਸ਼ਨਾਂ ਫਾਈਲ ਕੀਤੀਆਂ ਕਿ ਪੇਰੈਂਟਸ ਸੁਣ ਕੇ ਹੈਰਾਨ ਰਹਿ ਜਾਣਗੇ ਕਿ ਸਰਕਾਰਾਂ ਨੇ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਤਾਂ ਕਿੰਨੇ ਅਧਿਕਾਰ ਦਿੱਤੇ ਹੋਏ ਆ, ਤੇ ਉਲਟਾ ਪੇਰੈਂਟਸ ਨੂੰ ਆ ਕੇ ਸਕੂਲ ਦੇ ਵਿੱਚ ਹੱਥ ਜੋੜ ਕੇ ਖੜੇ ਹੋਣਾ ਪੈਂਦਾ। ਲੇਕਿਨ ਅਗਰ ਜੇ ਉਹ ਕਾਨੂੰਨ ਤੋਂ ਇਹ ਜਾਣੂ ਹੋ ਜਾਣ ਤਾਂ ਉਲਟਾ ਪੇਰੈਂਟਸ ਨਹੀਂ ਬਲਕਿ ਸਕੂਲਾਂ ਵਾਲੇ ਹੱਥ ਜੋੜ ਕੇ ਖੜੇ ਹੋਣਗੇ ਉਹਨਾਂ ਦੇ ਮੂਹਰੇ। ਤਾਂ ਤੁਹਾਡਾ ਜਿਹੜਾ ਸਵਾਲ ਸੀ, ਤਾਂ ਮੈਂ ਕਹਿੰਦਾ ਵੀ ਇਹਨਾਂ ਦੇ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਨੂੰ ਇਹ ਦੋਨੋਂ ਐਕਟ ਬਰੀਕੀ ਨਾਲ ਪੜ੍ਹ ਕੇ ਔਰ
ਕੋਰਟ ਦੇ ਅੱਗੇ ਰਿਕੁਐਸਟ ਕਰਨੀ ਚਾਹੀਦੀ ਹੈ ਵੀ ਪਹਿਲਾਂ ਤਾਂ ਉਹ ਡਾਟਾ ਡਿਮਾਂਡ ਕਰੋ ਇਹਨਾਂ ਕੋਲੋਂ ਵੀ ਪੰਜਾਬ ਦੇ ਵਿੱਚ ਟੋਟਲ ਕਿੰਨੇ ਪ੍ਰਾਈਵੇਟ ਅਨਏਡਡ ਸਕੂਲ ਨੇ, ਕਿੰਨੇ ਸਕੂਲਾਂ ਨੇ ਆਪਣੀ ਐਨੂਅਲ ਰਿਪੋਰਟਾਂ ਜਮ੍ਹਾਂ ਕਰਾਈਆਂ, ਕਿੰਨੀਆਂ ਨੇ ਨਹੀਂ ਕਰਾਈਆਂ, ਔਰ ਨਹੀਂ ਕਰਾਈਆਂ ਤਾਂ ਕਿਉਂ ਨਹੀਂ ਕਰਾਈਆਂ, ਕੀ ਰੀਜ਼ਨ ਹੈ, ਔਰ ਵਾਈ ਦੀ ਰੈਗੂਲੇਟਰੀ ਬੋਡੀ ਹੈਜ਼ ਨਾਟ ਟੇਕਨ ਐਨੀ ਐਕਸ਼ਨ ਅਗੇਂਸਟ ਦੀ ਸਕੂਲਸ। ਮਤਲਬ ਇਹ ਸਾਰਾ ਮਾਮਲਾ ਹੀ ਟੋਟਲ ਘੁਟਾਲਾ ਹੈ ਜੀ। ਜਿੱਦਾਂ ਸਰ ਤੁਸੀਂ ਆਰਟੀਆਈ ਐਕਟਿਵਿਸਟ ਹੋ, ਜੇ ਤੁਹਾਡੇ ਨਾਲ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਜੁੜਦੇ ਆ, ਕੀ ਤੁਸੀਂ ਉਹਨਾਂ ਦੀ ਮਦਦ, ਉਹਨਾਂ ਨੂੰ ਗਿਆਨ ਪ੍ਰੋਵਾਈਡ ਕਰਾਓਗੇ ਕਿ ਤੁਸੀਂ ਇਕੱਲੇ ਲੜਾਈ ਸਾਰੇ ਪਾਸੇ ਨਹੀਂ ਲੜ ਸਕਦੇ, ਕਿ ਉਹ ਵੀ ਤੁਹਾਡੇ ਨਾਲ ਜੇ ਬਾਹਾਂ ਨਾਲ ਬਾਹਾਂ ਬਣ ਕੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਮੇਰਾ ਸਹਿਯੋਗ ਸਭ ਦੇ ਨਾਲ ਹੈ। ਮੇਰੇ 2 ਬੱਚੇ ਨੇ, ਇੱਕ ਮੇਰੀ ਬੇਟੀ ਔਰ ਮੈਰਿਡ ਆ ਬੱਚਾ ਮੇਰਾ ਫੋਰਨ ਪੜ੍ਹਦਾ। ਮੇਰਾ ਕੋਈ ਕਿਸੇ ਚੀਜ਼ ਦੇ ਵਿੱਚ ਇੰਟਰਸਟ ਨਹੀਂ। ਮੈਂ ਪੇਰੈਂਟਸ ਦੀ ਹੀ ਲੜਾਈ ਲੜ ਰਿਹਾ। ਅਗਰ ਉਹ ਮੇਰੇ ਨਾਲ ਆ ਕੇ ਖੜਦੇ ਨੇ ਜਾਂ ਮੈਂ ਉਹਨਾਂ ਨਾਲ ਖੜਦਾ ਤਾਂ ਮੈਨੂੰ ਕੋਈ ਇਸ ਗੱਲ ਦੇ ਵਿੱਚ ਕੋਈ ਗਿਲਾ ਸ਼ਿਕਵਾ ਜਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਇਸ ਪੂਰੇ ਦੇ। ਪ੍ਰਾਈਮ ਦੇ ਲਈ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੀ ਰਿਪੋਰਟ।